ਅੱਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ। ਜੇਤਾ ਸਮੁੰਦ ਸਾਗਰ ਨੀਰ ਭਰਿਆ। ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ। ਡੁੱਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮਿਹਰ ਉਪਾਵੋ। ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ। ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ। ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੁਹ ਪੈ ਸੁਆਮੀ। ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਤੁਹ ਪੈ ਸੁਆਮੀ। ਮਾਨਸ ਕੀ ਗਤ ਏਹੀ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਗਰੀਬ ਨਵਾਜ਼ ਸਤਿਗੁਰੂ ਪਤਿਤ ਪਾਵਨ ਕਰੁਣਾ ਨਿਧਾਨ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਰੋਜ਼ਾਨਾ ਦੀ ਤਰ੍ਹਾਂ ਜੁੜ ਮਿਲ ਬੈਠੀ ਸਨਮਾਨ ਔਰ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ। ਸਤਿਗੁਰੂ ਜੀ ਨੇ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ।
ਸਾਨੂੰ ਆਪਣੀ ਪਾਵਨ ਸੁਭਾਗੀ ਅੰਮ੍ਰਿਤਮਈ ਗੋਦ ਦੀ ਹਜ਼ੂਰੀ ਦੀ ਚਰਨ ਸ਼ਰਨ ਦੀ ਦਾਤ ਬਖਸ਼ੀ ਹੈ। ਵੱਡਿਆਂ ਭਾਗਾਂ ਸਦਕਾ ਗੁਰਸੰਗਤ ਦੀ ਦਾਤ ਮਿਲਦੀ ਹੈ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਦਾਤੇ ਨੇ ਰਹਿਮਤ ਕੀਤੀ, ਪਾਵਨ ਗੋਦ ਦੀ ਦਾਤ ਬਖਸ਼ੀ। ਇਹਨਾਂ ਘੜੀਆਂ ਨੂੰ ਸਫਲ ਬਣਾਉਂਦੇ ਹੋਏ ਪਾਵਨ ਪਵਿੱਤਰ ਬਾਣੀ ਦਾ ਓਟ ਆਸਰਾ ਆਪ ਜੀ ਨੇ ਲਿਆ। ਸ਼ਬਦ ਕੀਰਤਨ ਦਾ ਆਨੰਦ ਮਾਣਿਆ। ਬੜੇ ਪਿਆਰੇ ਗੁਰੂ ਕੀ ਬਾਣੀ ਦੇ ਬਚਨ ਕੀਰਤਨ ਰੂਪ 'ਚ ਆਪ ਜੀ ਦੇ ਨਾਲ ਗੁਰੂ ਘਰ ਦੇ ਸ਼ਿੰਗਾਰ, ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਨੇ ਸਾਂਝੇ ਕੀਤੇ। ਪ੍ਰਥਮ ਟੂਟੀ ਗਾਂਢਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਉਪਰੰਤ ਮੇਰੇ ਸਾਹਿਬਾ, ਕੌਣ ਜਾਣੈ ਗੁਣ ਤੇਰੇ। ਇਹਨਾਂ ਪਾਵਨ ਬਚਨਾਂ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਉਪਰੰਤ ਆਓ ਗੁਰਬਾਣੀ ਵਿਚਾਰ ਦੀ ਆਰੰਭਤਾ ਕਰੀਏ। ਸਭ ਤੋਂ ਪਹਿਲਾਂ ਸਾਹਿਬਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਪਿਆਰ ਸਤਿਕਾਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ। ਸਾਨੂੰ ਸਭਨਾਂ ਨੂੰ ਉਦਮ ਦੀ ਦਾਤ ਬਖਸ਼ੀ ਔਰ ਗੁਰੂ ਕੇ ਬਖਸ਼ੇ ਹੋਏ ਉਦਮ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਸਹਿਸਕ੍ਰਿਤੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ ਸ਼ਲੋਕ, ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਉਚਾਰਨ ਕੀਤੇ ਹੋਏ ਸ਼ਲੋਕ, ਇਹਨਾਂ ਸਮੁੱਚੇ ਸ਼ਲੋਕਾਂ ਦਾ ਗੁਲਦਸਤਾ ਹੈ ਸਹਿਸਕ੍ਰਿਤੀ ਬਾਣੀ। 4 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ, 67 ਸ਼ਲੋਕ ਗੁਰੂ ਅਰਜਨ ਦੇਵ ਜੀ ਦੇ ਔਰ ਇਸੇ ਲੜੀ ਅਧੀਨ ਫਿਰ 24 ਸ਼ਲੋਕ ਗਾਥਾ ਦੇ ਸਰਲੇਖ ਹੇਠ ਇਹ ਵੀ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ। ਇਹਨਾਂ ਸਮੁੱਚੇ ਗੁਰੂ ਕੇ ਬਚਨਾਂ ਦੀ ਵਿਚਾਰ ਆਪਾਂ ਪਿਛਲੇ ਦਿਨਾਂ 'ਚ ਕੀਤੀ। ਲਗਭਗ 30 ਦਿਨ ਇਹ ਵਿਚਾਰ ਦੀ ਲੜੀ ਚੱਲੀ ਔਰ ਗੁਰੂ ਸਾਹਿਬ ਜੀ ਨੇ ਰਹਿਮਤ ਕੀਤੀ। ਗੁਰਬਾਣੀ ਵਿਚਾਰ ਦੀ ਉਹ ਲੜੀ ਦੀ ਕੱਲ੍ਹ ਸੰਪੂਰਨਤਾ ਹੋਈ। ਉਦੋਂ ਉਪਰੰਤ ਹੁਣ ਆਪਾਂ ਵਿਚਾਰ ਆਰੰਭ ਕਰਨੀ ਹੈ ਸਿਰਮੌਰ ਭਗਤ, ਸ਼੍ਰੋਮਣੀ ਭਗਤ, ਭਗਤ ਕਬੀਰ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਕੁਝ ਕੁ ਮੁੱਢਲੀਆਂ ਬੇਨਤੀਆਂ ਔਰ ਕਬੀਰ ਸਾਹਿਬ ਜੀ ਦੇ ਬਾਰੇ ਕੁਝ ਵਿਚਾਰਾਂ ਦੀ ਸਾਂਝ ਆਪਾਂ ਪਾਵਾਂਗੇ। ਫਿਰ ਸ਼ਲੋਕਾਂ ਦੀ ਵਿਚਾਰ ਦੀ ਆਰੰਭਤਾ ਹੋਵੇਗੀ। ਗੁਰੂ ਗ੍ਰੰਥ ਸਾਹਿਬ ਵਿਖੇ ਕੁੱਲ 35 ਮਹਾਂਪੁਰਖਾਂ ਦੀ ਬਾਣੀ ਸੁਭਾਇਮਾਨ ਹੈ। 6 ਗੁਰੂ ਸਾਹਿਬਾਨਾਂ ਦੀ, ਪਹਿਲੇ 5 ਗੁਰੂ ਅਤੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, 15 ਭਗਤ ਸਾਹਿਬਾਨਾਂ ਦੀ ਬਾਣੀ ਹੈ। ਇਹ ਭਗਤ ਜਨ ਵੱਖ-ਵੱਖ ਜਗ੍ਹਾ 'ਤੇ ਇਹਨਾਂ ਦਾ ਨਿਵਾਸ ਸੀ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਦਾਸੀਆਂ 'ਤੇ ਗਏ ਨੇ, ਚੜ੍ਹਿਆ ਸੋਧਣ ਧਰਤ ਲੁਕਾਈ, ਅਤੇ ਜਿੱਥੇ ਜਿੱਥੇ ਇਹਨਾਂ ਭਗਤਾਂ ਦੇ ਕੇਂਦਰ ਸਨ ਉੱਥੇ ਗੁਰੂ ਨਾਨਕ ਮਹਾਰਾਜ ਗਏ। ਕੁਝ ਭਗਤ ਮੌਜੂਦ ਸਨ ਅਤੇ ਕੁਝ ਭਗਤ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਚਲਾਣਾ ਕਰ ਚੁੱਕੇ ਸਨ, ਪਰ ਉਹਨਾਂ ਦੇ ਜਾਂ ਤਾਂ ਉੱਤਰਾ ਅਧਿਕਾਰੀ ਅੱਗੇ ਮੌਜੂਦ ਸਨ ਜਾਂ ਉਹਨਾਂ ਦੇ ਪਰਿਵਾਰ ਦੇ ਜੀ।
ਉਹਨਾਂ ਨੂੰ ਗੁਰੂ ਨਾਨਕ ਮਹਾਰਾਜ ਮਿਲੇ ਤੇ ਜੋ ਉਹ ਭਗਤ ਜਨਾਂ ਨੇ ਪਰਮੇਸ਼ਰ ਦੇ ਨਾਲ ਇਕਮਿਕ ਹੋ ਕੇ ਰੱਬੀ ਗਿਆਨ ਹਾਸਲ ਕੀਤਾ ਸੀ ਤੇ ਉਹ ਕਲਮਬੰਦ ਕੀਤੇ ਸਨ ਬੋਲ, ਉਹ ਸਮੁੱਚੀ ਬਾਣੀ ਭਗਤਾਂ ਦੀ ਗੁਰੂ ਨਾਨਕ ਮਹਾਰਾਜ ਜੀ ਨੇ ਉਦਾਸੀਆਂ ਸਮੇਂ ਇਕੱਤਰ ਕੀਤੀ। 15 ਭਗਤਾਂ ਤੋਂ ਬਿਨਾਂ 11 ਭੱਟ ਸਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ 'ਚ ਮੌਜੂਦ ਹੈ। ਔਰ ਭਾਵੇਂ ਵਿਦਵਾਨਾਂ ਦੀਆਂ ਕਈ ਪ੍ਰਕਾਰ ਦੀਆਂ ਰਾਏ ਹਨ, ਪਰ ਪ੍ਰਮਾਣਿਕ ਵਿਦਵਾਨ ਜਾਂ ਆਪਾਂ ਇੱਦਾਂ ਕਹਿ ਲਈਏ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਲਿਖਿਆ, ਪ੍ਰੋਫੈਸਰ ਸਾਹਿਬ ਸਿੰਘ, ਲੰਬਾ ਸਮਾਂ ਜਿਨ੍ਹਾਂ ਨੇ ਪੰਥ ਦੀ ਸੇਵਾ ਕੀਤੀ, ਉਹਨਾਂ ਨੇ ਗੁਰਬਾਣੀ ਤੇ ਇਤਿਹਾਸ ਦੀ ਗਹਿਰੀ ਖੋਜ ਕਰਕੇ ਇਹ ਸਾਬਤ ਕੀਤਾ ਕਿ ਇਹ ਜਿਹੜੇ 11 ਭੱਟ, ਪਹਿਲਾਂ ਵੇਖੋ ਭੱਟਾਂ ਦੀ ਗਿਣਤੀ ਬਾਰੇ ਵੀ ਮਤਭੇਦ ਸਨ ਕਿ ਕਿੰਨੇ ਭੱਟਾਂ ਦੀ ਬਾਣੀ ਹੈ, ਤੇ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਗੁਰਬਾਣੀ ਬਾਰੇ ਬਹੁਤ ਗਹਿਰੀ ਖੋਜ ਕੀਤੀ ਹੈ। ਕਰੀਬਨ 12 ਸਾਲ ਉਹਨਾਂ ਨੇ ਲਗਾਏ ਸਨ ਗੁਰਬਾਣੀ ਵਿਆਕਰਣ ਲਿਖਣ ਤੇ। ਉਹਨਾਂ ਦੀ ਬਹੁਤ ਕੀਮਤੀ ਉਹ ਕਿਤਾਬ ਹੈ ਗੁਰਬਾਣੀ ਵਿਆਕਰਣ। 12 ਸਾਲਾਂ ਦੀ ਗਹਿਰੀ ਖੋਜ ਕਰਕੇ, ਮਿਹਨਤ ਕਰਕੇ ਉਹਨਾਂ ਨੇ ਗੁਰਬਾਣੀ ਵਿਆਕਰਣ ਲਿਖੀ ਕਿ ਗੁਰਬਾਣੀ 'ਚ ਲੱਗੇ ਹੋਏ ਔਂਕੜ, ਸਿਹਾਰੀਆਂ, ਇਹਨਾਂ ਦਾ ਕੀ ਭਾਵ ਹੈ, ਕਿਹੜੇ ਸ਼ਬਦ ਇੱਕ ਵਚਨ, ਕਿਹੜੇ ਬਹੁ ਵਚਨ, ਉਹ ਬਹੁਤ ਕੁਝ ਉਹ ਗਿਆਨ ਦਾ ਖਜ਼ਾਨਾ ਹੈ ਉਹ ਗੁਰਬਾਣੀ ਵਿਆਕਰਣ। ਹਾਲਾਂਕਿ ਵੇਖੋ ਉਹ ਸਿੱਖ ਵਿਦਵਾਨ ਨੂੰ ਉਸ ਵਕਤ ਦੀਆਂ ਸਰਕਾਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਤੁਸੀਂ ਪੰਜਾਬੀ ਵਿਆਕਰਣ ਲਿਖੋ ਤੇ ਤੁਹਾਨੂੰ ਉਹਦੇ ਬਦਲੇ ਚੋਖੇ ਪੈਸੇ ਵੀ ਦਿੱਤੇ ਜਾਣਗੇ, ਸਨਮਾਨ ਵੀ ਦਿੱਤਾ ਜਾਏਗਾ। ਪਰ ਪੰਥ ਦੇ ਉਸ ਵਿਦਵਾਨ ਨੇ ਮਾਇਆ ਦਾ, ਪੈਸਿਆਂ ਦਾ ਲਾਲਚ ਨਹੀਂ ਕੀਤਾ, ਗੁਰਬਾਣੀ ਦੀ ਸੇਵਾ ਨੂੰ ਪਹਿਲ ਦਿੱਤੀ। ਗੁਰਬਾਣੀ ਦੀ ਸੇਵਾ, ਬਹੁਤ ਕਿਤਾਬਾਂ ਉਹਨਾਂ ਦੀਆਂ ਲਿਖੀਆਂ ਹਨ, ਖੋਜ ਭਰਪੂਰ ਕਿਤਾਬਾਂ ਹਨ, ਭਾਵੇਂ ਅੱਜ ਤੋਂ 60-70 ਸਾਲ ਪਹਿਲਾਂ ਦੀਆਂ ਲਿਖੀਆਂ ਕਿਤਾਬਾਂ ਨੇ, ਪਰ ਉਹਨਾਂ 'ਚ ਅੱਜ ਵੀ ਐਨ ਤਾਜ਼ਗੀ ਹੈ, ਪੁਰਾਣੀਆਂ ਨਹੀਂ ਲੱਗਦੀਆਂ ਹਨ ਜਦੋਂ ਪੜ੍ਹੀਏ। ਉਹਨਾਂ ਨੇ ਖੋਜ ਕੀਤੀ ਇੱਕ ਤੇ ਭਗਤਾਂ ਦੀ ਗਿਣਤੀ ਬਾਰੇ ਉਹਨਾਂ ਨੇ ਸਪਸ਼ਟ ਕੀਤਾ, ਭੱਟਾਂ ਦੀ ਗਿਣਤੀ ਬਾਰੇ ਕਿ ਕਿੰਨੇ ਭੱਟ ਹਨ ਗੁਰਬਾਣੀ ਦੇ ਆਧਾਰ ਤੇ, ਭੱਟਾਂ ਦੀ ਬਾਣੀ ਦੇ ਆਧਾਰ ਤੇ 11 ਭੱਟ। ਔਰ ਪਹਿਲਾਂ ਭਗਤਾਂ ਬਾਰੇ ਵੀ ਵੱਖਰੇ ਵੱਖਰੇ ਮਤਭੇਦ ਜਾਂ ਕਈ ਤਰ੍ਹਾਂ ਦੀਆਂ ਵਿਚਾਰਾਂ ਪ੍ਰਚਲਿਤ ਸਨ। ਕਈਆਂ ਨੇ ਤੇ ਇਹ ਵੀ ਵਿਚਾਰਾਂ ਮਿੱਥੀਆਂ ਹੋਈਆਂ ਸਨ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਭਾਈ ਗੁਰਦਾਸ ਜੀ ਤੋਂ ਲਿਖਾਇਆ ਤੇ ਭਗਤਾਂ ਦੀਆਂ ਰੂਹਾਂ ਨੂੰ ਸੱਦਿਆ ਸੀ, ਇੱਦਾਂ ਦੀਆਂ ਕਈ ਚੀਜ਼ਾਂ ਲਿਖੀਆਂ ਸਨ। ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਉਹ ਵੀ ਸਾਬਤ ਕੀਤਾ ਕਿ ਕਿਸੇ ਦੀ ਰੂਹ ਨੂੰ ਨਹੀਂ ਸੱਦਿਆ ਗਿਆ, ਇਹ ਸਭ ਵਹਿਮ ਭਰਮ ਮਿੱਥੀਆਂ ਵਿਚਾਰਾਂ ਨੇ। ਭਗਤਾਂ ਦੀ ਬਾਣੀ ਗੁਰੂ ਨਾਨਕ ਮਹਾਰਾਜ ਨੇ ਉਦਾਸੀਆਂ ਸਮੇਂ ਇਕੱਤਰ ਕੀਤੀ ਹੈ ਔਰ ਉਹਨਾਂ ਨੇ ਬਾਖੂਬੀ ਉਸ ਚੀਜ਼ ਨੂੰ ਸਾਬਤ ਕੀਤਾ ਹੈ। ਇਸੇ ਤਰ੍ਹਾਂ ਭੱਟਾਂ ਬਾਰੇ ਉਹ ਲਿਖਦੇ ਹਨ ਕਿ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਗੁਰਗੱਦੀ ਦੇ ਤਖਤ 'ਤੇ ਸੁਭਾਇਮਾਨ ਹੋਏ ਹਨ, ਉਦੋਂ ਇਹ 11 ਭੱਟ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ 'ਚ ਆਏ ਸਨ ਤੇ ਉਹਨਾਂ ਭੱਟਾਂ ਨੇ ਹੀ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਦੀ ਵਡਿਆਈ ਕੀਤੀ। ਉਹ ਫਿਰ ਭੱਟਾਂ ਦੇ ਸਵਈਆਂ ਦੇ ਰੂਪ ਦੇ ਵਿੱਚ ਬੋਲ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹਨ। 11 ਭੱਟਾਂ ਦੀ ਬਾਣੀ। ਇਹਦੇ ਤੋਂ ਬਿਨਾਂ 4 ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਹੈ। 3 ਗੁਰਸਿੱਖਾਂ ਦੀ ਬਾਣੀ, ਮਾਫ ਕਰਨਾ, ਭਾਈ ਸੱਤਾ ਜੀ, ਭਾਈ ਬਲਵੰਡ ਜੀ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਦੇ ਕੀਰਤਨੀਏ ਸਨ। ਉਹ ਸਾਖੀ ਆਪ ਜੀ ਜਾਣਦੇ ਹੋ। ਇਸੇ ਤਰ੍ਹਾਂ ਇੱਕ ਨੇ ਬਾਬਾ ਸੁੰਦਰ ਜੀ। ਇਹ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਉਹਨਾਂ ਦੇ ਪੜਪੋਤਰੇ ਹਨ। ਗੁਰੂ ਅਮਰਦਾਸ ਜੀ ਦੇ ਪੁੱਤਰ ਨੇ ਬਾਬਾ ਮੋਹਰੀ ਜੀ। 2 ਪੁੱਤਰ ਸਨ, ਬਾਬਾ ਮੋਹਣ ਜੀ ਤੇ ਬਾਬਾ ਮੋਹਰੀ ਜੀ। ਜਿਹੜੇ ਪੁੱਤਰ ਬਾਬਾ ਮੋਹਰੀ ਜੀ ਹਨ,
ਉਹਨਾਂ ਦੇ ਅੱਗੇ ਇੱਕ ਪੁੱਤਰ ਸੀ, ਉਹਨਾਂ ਦਾ ਨਾਮ ਹੈ ਬਾਬਾ ਆਨੰਦ ਜੀ। ਤੇ ਬਾਬਾ ਆਨੰਦ ਜੀ ਦੇ ਅੱਗੇ ਪੁੱਤਰ ਨੇ ਬਾਬਾ ਸੁੰਦਰ ਜੀ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਸਦ ਬਾਣੀ। ਇੱਕ ਹੋਰ 3 ਸ਼ਲੋਕ ਹਨ। ਵੈਸੇ ਉਹ ਸ਼ਲੋਕ ਮਰਦਾਨਾ ਮਹਿਲਾ ਪਹਿਲਾ ਦੇ ਸਿਰਲੇਖ ਅਧੀਨ, ਤੇ ਕੁਝ ਲੋਕ ਕਹਿੰਦੇ ਹਨ ਕਿ ਇਹ ਭਾਈ ਮਰਦਾਨੇ ਵੱਲੋਂ ਉਚਾਰਨ ਕੀਤੇ ਹੋਏ ਸ਼ਲੋਕ ਹਨ। ਪਰ ਜਿਹੜੇ ਗੁਰਬਾਣੀ ਦੇ ਗਿਆਤਾ ਹਨ, ਗੁਰਬਾਣੀ ਨੂੰ ਗਹਿਰਾਈ ਦੇ ਨਾਲ ਵਿਚਾਰਨ ਵਾਲੇ ਵਿਚਾਰਵਾਨ ਹਨ, ਤੇ ਜੋ ਸਮੁੱਚੀ ਗੁਰਬਾਣੀ ਦਾ ਇੱਕ ਸਿਧਾਂਤ ਹੈ, ਉਹ ਉਹਦੇ ਆਧਾਰ 'ਤੇ ਲਿਖਦੇ ਹਨ ਕਿ ਉਹ ਸ਼ਲੋਕ ਭਾਈ ਮਰਦਾਨੇ ਦੇ ਉਚਾਰਨ ਕੀਤੇ ਨਹੀਂ ਹਨ। ਇੱਕ ਤੇ ਮਹਿਲਾ ਪਹਿਲਾ ਆਇਆ, ਉਹਦਾ ਭਾਵ ਗੁਰੂ ਨਾਨਕ ਸਾਹਿਬ ਦੀ ਬਾਣੀ। ਫਿਰ ਉਹ ਉਚਾਰਨ ਕੀਤੇ ਹੋਏ ਸ਼ਲੋਕਾਂ ਦੇ ਵਿੱਚ ਵੀ ਨਾਨਕ ਨਾਮ ਦੀ ਮੋਹਰ ਹੈ, ਭਾਵ ਨਾਨਕ ਹੈ। ਤੇ ਨਾਨਕ ਸ਼ਬਦ ਕੇਵਲ ਗੁਰੂ ਸਾਹਿਬਾਨਾਂ ਨੇ ਵਰਤਿਆ ਹੈ, ਹੋਰ ਕਿਸੇ ਨੇ ਨਹੀਂ। ਉਹ ਸ਼ਲੋਕ ਤਾਂ ਗੁਰੂ ਨਾਨਕ ਸਾਹਿਬ ਦੇ ਹੀ ਉਚਾਰਨ ਕੀਤੇ ਹਨ, ਪਰ ਭਾਈ ਮਰਦਾਨੇ ਨੂੰ ਜਾਂ ਤੇ ਸਤਿਗੁਰਾਂ ਨੇ ਸੰਬੋਧਨ ਕਰਦਿਆਂ ਉਪਦੇਸ਼ ਦਿੰਦਿਆਂ ਉਹ ਸ਼ਲੋਕ ਉਚਾਰਨ ਕੀਤੇ, ਜਾਂ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਲੰਬਾ ਸਮਾਂ ਭਾਈ ਮਰਦਾਨਾ ਜੀ ਰਹੇ, ਕੀਰਤਨ ਕੀਤਾ, ਤੇ ਭਾਈ ਮਰਦਾਨੇ ਦੀ ਵਡਿਆਈ ਨੂੰ ਜੁਗੋ ਜੁਗ ਅਟਲ ਕਰਨ ਦੇ ਲਈ ਉਹ ਬਚਨ ਗੁਰੂ ਨਾਨਕ ਮਹਾਰਾਜ ਨੇ ਉਚਾਰਨ ਕੀਤੇ। ਸ਼ਬਦ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਉਚਾਰਨ ਹਨ। ਸਿਰਲੇਖ ਦੇ ਵਿੱਚ ਭਾਈ ਮਰਦਾਨੇ ਦਾ ਜ਼ਿਕਰ ਜ਼ਰੂਰ ਆਇਆ ਹੈ। 3 ਗੁਰਸਿੱਖਾਂ ਦੀ ਬਾਣੀ, ਬਾਬਾ ਸੱਤਾ ਬਲਵੰਡ ਜੀ ਤੇ ਬਾਬਾ ਸੁੰਦਰ ਜੀ 3, 11 ਭੱਟਾਂ, 15 ਭਗਤਾਂ ਤੇ 6 ਗੁਰੂ ਸਾਹਿਬਾਨਾਂ ਦੀ ਬਾਣੀ। ਇੱਦਾਂ ਕੁੱਲ 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ 'ਚ ਹੈ। ਔਰ 35 ਮਹਾਂਪੁਰਖਾਂ ਦੇ ਵਿੱਚੋਂ ਸਮੁੱਚੇ ਰੂਪ ਦੇ ਵਿੱਚ ਜੇ ਆਪਾਂ ਗੱਲ ਕਰੀਏ, ਸਭ ਤੋਂ ਵੱਧ ਬਾਣੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ। ਸਭ ਤੋਂ ਘੱਟ ਬਾਣੀ ਹੈ ਭਗਤ ਸੂਰਦਾਸ ਜੀ ਦੀ, ਕੇਵਲ ਇੱਕ ਪੰਕਤੀ ਹੈ ਉਹਨਾਂ ਦੀ, ਛਾੜ ਮਨ ਹਰ ਬੇਮੁਖਨ ਕੋ ਸੰਗ। ਕੇਵਲ ਇੱਕ ਪੰਕਤੀ ਹੈ, ਪਰ ਗੁਰੂ ਗ੍ਰੰਥ ਸਾਹਿਬ 'ਚ ਉਸ ਇੱਕ ਪੰਕਤੀ ਨੂੰ ਵੀ ਬਰਾਬਰ ਇੱਕ ਸ਼ਬਦ ਦਾ ਦਰਜਾ ਦਿੱਤਾ ਗਿਆ ਹੈ। ਤੇ ਜਦੋਂ ਆਪਾਂ ਗੱਲ 15 ਭਗਤਾਂ ਦੀ ਕਰਦੇ ਹਾਂ, ਤੇ 15 ਭਗਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। ਔਰ 2 ਭਗਤ ਐਸੇ ਹਨ ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਲੋਕ ਵੀ ਗੁਰੂ ਗ੍ਰੰਥ ਸਾਹਿਬ ਜੀ 'ਚ ਮੌਜੂਦ ਹਨ। ਬਾਕੀ ਭਗਤਾਂ ਦੇ ਕੇਵਲ ਸ਼ਬਦ ਹੀ ਹਨ, ਕਬੀਰ ਸਾਹਿਬ ਤੇ ਫਰੀਦ ਸਾਹਿਬ। ਇਹ 2 ਭਗਤ ਹਨ ਜਿਨ੍ਹਾਂ ਦੇ ਸ਼ਲੋਕ ਵੀ ਗੁਰੂ ਗ੍ਰੰਥ ਸਾਹਿਬ ਵਿਖੇ ਮੌਜੂਦ ਹਨ। ਸਭ ਤੋਂ ਵੱਧ ਭਗਤ ਕਬੀਰ ਜੀ ਦੀ ਬਾਣੀ, ਕੁੱਲ ਉਹਨਾਂ ਦੇ ਸ਼ਬਦ ਤੇ ਸ਼ਲੋਕ ਗਿਣਤੀ 534 ਹੈ। ਔਰ ਸ਼ਲੋਕਾਂ ਤੋਂ ਬਿਨਾਂ 224 ਉਹਨਾਂ ਦੇ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਖ-ਵੱਖ ਰਾਗਾਂ ਵਿਖੇ ਸੁਭਾਏਮਾਨ ਹਨ। ਭਗਤ ਕਬੀਰ ਸਾਹਿਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਤੇ ਭਗਤ ਕਬੀਰ ਜੀ ਦਾ ਜਨਮ ਬਨਾਰਸ ਵਿਖੇ ਹੋਇਆ। ਔਰ ਭਾਵੇਂ ਉੱਥੇ ਵੀ ਇਤਿਹਾਸਕਾਰਾਂ ਦੀ ਵੇਖੋ ਵੱਖਰੀ ਵੱਖਰੀ ਰਾਏ ਹੈ, ਉਹਨਾਂ ਦੇ ਜਨਮ ਬਾਰੇ, ਉਹਨਾਂ ਦੇ ਮਾਤਾ ਪਿਤਾ ਬਾਰੇ, ਉਹਨਾਂ ਦੇ ਚਲਾਣੇ ਬਾਰੇ ਵੀ ਵੱਖਰੀ ਵੱਖਰੀ ਰਾਏ ਹੈ। ਵੱਖਰਿਆਂ ਵਿਦਵਾਨਾਂ ਦੀ ਕੋਈ ਤਰੀਕ ਦੱਸਦਾ ਹੈ, ਕੋਈ ਤਰੀਕ ਦੱਸਦਾ ਹੈ। ਉਹਦਾ ਕਾਰਨ ਹੈ ਕਿ ਭਗਤ ਕਬੀਰ ਸਾਹਿਬ ਬਹੁਤ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਸਨ, ਤੇ ਗਰੀਬਾਂ ਦਾ ਇਤਿਹਾਸ ਕੌਣ ਲਿਖਦਾ ਹੈ? ਉਹ ਸਮਾਂ ਵੀ ਐਸਾ ਸੀ ਜਦੋਂ ਕੋਈ ਅੱਜ ਦੀ ਤਰ੍ਹਾਂ ਜਨਮ ਤਰੀਕਾਂ, ਮਰਨ ਤਰੀਕਾਂ ਆਦਿਕ ਦਾ ਸਾਰਾ ਰਿਕਾਰਡ ਰੱਖਣ ਦਾ ਵੀ ਕੋਈ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਹੁੰਦਾ ਸੀ। ਉਹ ਤੇ ਸਤਿਗੁਰੂ ਨੇ ਜਦੋਂ ਵਡਿਆਈ ਦਿੱਤੀ, ਕਬੀਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ 'ਚ ਸੁਭਾਏਮਾਨ ਹੋਈ। ਫਿਰ ਦੁਨੀਆ ਨੂੰ ਭਗਤ ਕਬੀਰ ਦੇ ਬਾਰੇ ਪਤਾ ਲੱਗਿਆ, ਤੇ ਫਿਰ ਭਗਤਾਂ ਦੇ ਜੀਵਨ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਖੋਜਾਂ ਹੋਣੀਆਂ ਸ਼ੁਰੂ ਹੋਈਆਂ। ਤੇ ਜਿਨਨੇ ਫਿਰ ਜਿਸ ਤਰ੍ਹਾਂ ਖੋਜ ਕੀਤੀ, ਜੋ ਪਤਾ ਲੱਗਿਆ, ਉਹਦੇ ਮੁਤਾਬਕ ਭਗਤਾਂ ਬਾਰੇ ਲਿਖਿਆ ਗਿਆ। ਖੈਰ, ਬਨਾਰਸ ਵਿਖੇ ਭਗਤ ਕਬੀਰ ਜੀ ਦਾ ਜਨਮ ਹੋਇਆ ਹੈ। ਇਹਦੇ ਨੇੜੇ ਹੀ ਮਗਹਰ ਨਗਰ ਹੈ, ਉੱਥੇ ਕਬੀਰ ਸਾਹਿਬ ਨੇ ਸਰੀਰ ਰੂਪੀ ਝੋਲਾ ਛੱਡਿਆ ਸੀ। ਔਰ ਬਨਾਰਸ ਨਗਰ ਵਿਖੇ
ਹੋਰ ਵੀ ਅਨੇਕਾਂ ਭਗਤ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ। ਉਹ ਬਨਾਰਸ ਦੇ ਰਹਿਣ ਵਾਲੇ ਸਨ। ਭਗਤ ਰਾਮਾਨੰਦ, ਭਗਤ ਪਰਮਾਨੰਦ, ਭਗਤ ਰਵਿਦਾਸ ਬਨਾਰਸ ਦੇ ਰਹਿਣ ਵਾਲੇ ਇਹ ਸਾਰੇ ਭਗਤ ਹਨ। ਭਗਤ ਨਾਮਦੇਵ ਜੀ ਵੀ ਬਨਾਰਸ ਵਿਖੇ ਰਹੇ ਹਨ। ਔਰ ਕਬੀਰ ਸਾਹਿਬ ਭਗਤ ਨਾਮਦੇਵ ਤੇ ਭਗਤ ਤਰਲੋਚਨ ਜੀ ਨੂੰ ਵੀ ਜਾਣਦੇ ਹਨ। ਹਾਲਾਂਕਿ ਇਹ ਜਿਹੜੇ ਦੋਵੇਂ ਭਗਤ ਹਨ ਇਹ ਮਹਾਰਾਸ਼ਟਰ ਵਿਖੇ ਹੋਏ ਹਨ। ਆਪਾਂ ਜਾਣਦੇ ਹਾਂ ਹਜੂਰ ਸਾਹਿਬ ਤੋਂ ਕੁਝ ਦੂਰੀ 'ਤੇ ਉਹ ਨਰਸੀ ਬ੍ਰਾਹਮਣੀ ਅਸਥਾਨ ਹੈ ਜਿੱਥੇ ਭਗਤ ਨਾਮਦੇਵ ਜੀ ਦਾ ਜਨਮ ਹੋਇਆ, ਅਤੇ ਉੱਥੇ ਹੀ ਕੁਝ ਦੂਰੀ 'ਤੇ ਭਗਤ ਤਰਲੋਚਨ ਜੀ ਦਾ ਵੀ ਅਸਥਾਨ ਹੈ। ਅਤੇ ਕਬੀਰ ਸਾਹਿਬ ਉੱਤਰ ਪ੍ਰਦੇਸ਼ ਦੇ ਵਿੱਚ ਹੋਏ ਹਨ। ਪਰ ਉਸ ਵਕਤ ਵੀ ਕਬੀਰ ਸਾਹਿਬ ਨਾਮਦੇਵ ਤੇ ਤਰਲੋਚਨ ਨੂੰ ਜਾਣਦੇ ਸਨ, ਰਵਿਦਾਸ ਸਾਹਿਬ ਨੂੰ ਵੀ ਜਾਣਦੇ ਸਨ। ਇਹਦੀ ਗਵਾਹੀ ਸਾਨੂੰ ਕਬੀਰ ਸਾਹਿਬ ਦੀ ਬਾਣੀ 'ਚੋਂ ਮਿਲਦੀ ਹੈ। ਭਗਤ ਰਵਿਦਾਸ ਸਾਹਿਬ ਨੇ ਤੇ ਭਗਤ ਸੈਣ ਸਦਨੇ ਦੀ ਵੀ ਗੱਲ ਕੀਤੀ ਹੈ। ਸਦਨਾ ਸੈਣ ਤਰੇ ਕਬੀਰ ਸਾਹਿਬ ਦੇ ਉਹ ਜਿਹੜੇ ਸਲੋਕ ਹਨ, ਨਾਮਾ ਕਹੈ ਤੇ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸਲੋਕ ਕਬੀਰ ਸਾਹਿਬ ਦੇ ਨੇ, ਗੱਲਾਂ ਨਾਮਦੇਵ ਤੇ ਤਰਲੋਚਨ ਦੀਆਂ ਕਹੀਆਂ ਗਈਆਂ ਨੇ। ਕਹਿਣ ਦਾ ਭਾਵ ਕਿ ਇਹ ਸਾਰੇ ਭਗਤ ਇੱਕ ਦੂਜੇ ਦੇ ਜਾਣਕਾਰ ਸਨ, ਇੱਕ ਦੂਜੇ ਨੂੰ ਜਾਣਦੇ ਸਨ। ਅਤੇ ਹੁਣ ਕਬੀਰ ਸਾਹਿਬ ਬਾਰੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ ਕਿ ਇਹਨਾਂ ਦੇ ਗੁਰੂ ਸਨ ਰਾਮਾਨੰਦ ਜੀ। ਬਨਾਰਸ ਦੇ ਰਹਿਣ ਵਾਲੇ ਬ੍ਰਾਹਮਣ ਸਨ ਰਾਮਾਨੰਦ। ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ 'ਚ ਮੌਜੂਦ ਹੈ। ਬੜੀ ਉੱਚੀ ਬਿਰਤੀ ਵਾਲੇ ਸਨ ਉਹ ਆਪ, ਪਰ ਜਿਹੜੇ ਉਹਨਾਂ ਦੇ ਦੁਆਲੇ ਚੇਲੇ ਚਾਟੜੇ ਸਨ ਉਹ ਬੜੀ ਜਾਤ ਅਭਿਮਾਨੀ ਬਿਰਤੀ ਵਾਲੇ ਸਨ। ਰਾਮਾਨੰਦ ਜੀ ਦੇ ਅੰਦਰ ਜਾਤ ਪਾਤ ਦਾ ਕੋਈ ਭੇਦਭਾਵ ਨਹੀਂ ਸੀ। ਹੁਣ ਕਬੀਰ ਸਾਹਿਬ ਚਾਹੁੰਦੇ ਸਨ ਕਿ ਮੈਂ ਰਾਮਾਨੰਦ ਜੀ ਦੀ ਸ਼ਰਨ ਦੇ ਵਿੱਚ ਜਾਵਾਂ, ਗੁਰਦਿੱਖਿਆ ਸਿੱਖਿਆ ਲਵਾਂ, ਪਰ ਜਿਹੜੇ ਉਹਨਾਂ ਦੇ ਦੁਆਲੇ ਚੇਲੇ ਚਾਟੜੇ ਸਨ ਉਹ ਕਬੀਰ ਸਾਹਿਬ ਨੂੰ ਰਾਮਾਨੰਦ ਜੀ ਦੇ ਕੋਲ ਆਉਣ ਨਹੀਂ ਸੀ ਦਿੰਦੇ। ਅਤੇ ਉਹ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ ਕਿ ਰਾਮਾਨੰਦ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਇਸ਼ਨਾਨ ਕਰਨ ਦੇ ਲਈ ਜਾਂਦੇ ਸਨ, ਅਤੇ ਕਬੀਰ ਸਾਹਿਬ ਰਸਤੇ 'ਚ ਲੇਟ ਗਏ, ਜਿਹੜੇ ਰਾਹ ਤੋਂ ਲੰਘ ਕੇ ਜਾਂਦੇ ਸਨ। ਅਤੇ ਜਾਂਦਿਆਂ ਜਾਂਦਿਆਂ ਹਨੇਰਾ ਸੀ, ਰਾਮਾਨੰਦ ਆਪਣੇ ਧਿਆਨ ਜਾਂਦੇ ਨੇ, ਰਸਤੇ 'ਚ ਕਬੀਰ ਲੇਟਿਆ ਪਿਆ ਹੈ। ਅਤੇ ਜਾਂਦਿਆਂ ਜਾਂਦਿਆਂ ਰਾਮਾਨੰਦ ਭਗਤ ਨੂੰ ਕਬੀਰ ਸਾਹਿਬ ਦੇ ਸਰੀਰ 'ਤੇ ਠੋਕਰ ਲੱਗੀ ਹੈ। ਬਸ ਉਹਨਾਂ ਨੇ ਇੰਨੇ ਬਚਨ ਕਹੇ ਕਿ ਉੱਠੋ ਰਾਮ ਜਪੋ, ਅੰਮ੍ਰਿਤ ਵੇਲੇ ਦਾ ਸਮਾਂ ਲੇਟੇ ਪਏ ਜੇ। ਅਤੇ ਕਬੀਰ ਸਾਹਿਬ ਨੇ ਆਪਣੇ ਗੁਰੂ ਦੀ ਇਹ ਸਿੱਖਿਆ ਨੂੰ ਸੰਭਾਲਿਆ, ਇਸ ਸਿੱਖਿਆ ਨੂੰ ਰਾਮ ਜਪਣ ਦੀ ਸਿੱਖਿਆ ਨੂੰ ਸੰਭਾਲਿਆ, ਅਤੇ ਫਿਰ ਰਾਮ ਜਪਣ ਵਾਲੇ ਪਾਸੇ ਲੱਗ ਗਏ। ਸਾਰੀ ਜ਼ਿੰਦਗੀ ਆਪਣੇ ਗੁਰੂ ਦੇ ਉਸ ਉਪਦੇਸ਼ ਨੂੰ ਉਹਨਾਂ ਨੇ ਕਮਾਇਆ, ਅਤੇ ਫਿਰ ਇੱਕ ਦਿਨ ਐਸੀ ਅਵਸਥਾ 'ਤੇ ਪਹੁੰਚ ਗਏ ਕਿ ਜਿੱਥੇ ਰਾਮ ਕਬੀਰਾ ਏਕ ਭਇਓ ਹੈ ਕੋਈ ਨਾ ਸਕੈ ਪਛਾਣੀ। ਰਾਮ ਰਾਮ ਕਰਦਿਆਂ ਕਬੀਰ ਉਸ ਰਾਮ ਦੇ ਵਿੱਚ ਅਭੇਦ ਹੋ ਗਏ। ਹੁਣ ਇੱਥੇ ਵੀ ਵੇਖੋ ਕੁਝ ਲੋਕਾਂ ਨੇ ਕਿਹਾ ਕਿ ਕਬੀਰ ਰਾਮ ਦਾ ਜਿਹੜਾ ਵਾਰ-ਵਾਰ ਜ਼ਿਕਰ ਕਰਦੇ ਨੇ ਉਹ ਸ਼੍ਰੀ ਰਾਮਚੰਦਰ ਦੀ ਗੱਲ ਕਰਦੇ ਨੇ, ਪਰ ਫਿਰ ਕਬੀਰ ਸਾਹਿਬ ਦੇ ਸ਼ਬਦਾਂ 'ਚੋਂ ਹੀ ਉਸ ਚੀਜ਼ ਦੀ ਵਿਆਖਿਆ ਮਿਲਦੀ ਹੈ ਕਿ ਉਹ ਕਿਹੜੇ ਰਾਮ ਦੇ ਪੁਜਾਰੀ ਹਨ। ਅੱਗੇ ਜਿਵੇਂ ਜਿਵੇਂ ਆਪਾਂ ਬਾਣੀ ਦੀ ਵਿਚਾਰ ਦੀ ਸਾਂਝ ਪਾਵਾਂਗੇ ਇਹ ਸਾਰੀਆਂ ਗੱਲਾਂ ਸਪਸ਼ਟ ਹੁੰਦੀਆਂ ਜਾਣਗੀਆਂ। ਜਿੱਥੇ ਕਬੀਰ ਸਾਹਿਬ ਨੇ ਕਿਹਾ ਹੈ ਕਿ ਕਬੀਰ ਰਾਮ ਕਹਿਣ ਮੈਂ ਭੇਦ ਹੈ, ਰਾਮ ਕਹਿਣ ਦੇ ਵਿੱਚ ਵੀ ਫਰਕ ਹੈ। ਕੋਈ ਰਾਮ ਕਹਿੰਦਾ ਹੈ ਸ਼੍ਰੀ ਰਾਮਚੰਦਰ ਨੂੰ ਯਾਦ ਕਰਦਾ ਹੈ, ਕੋਈ ਰਾਮ ਕਹਿੰਦਾ ਹੈ ਤੇ ਉਸ ਰਮੇ ਹੋਏ ਪਰਮਾਤਮਾ ਨਿਰੰਕਾਰ ਨੂੰ ਯਾਦ ਕਰਦਾ, ਜਿਹੜਾ ਕੁਦਰਤ ਦੇ ਜਰਰੇ ਜਰਰੇ ਅੰਦਰ ਕਣ ਕਣ ਅੰਦਰ ਵਿਆਪਕ ਹੈ, ਮੌਜੂਦ ਹੈ। ਫਿਰ ਜਾਤ ਅਭਿਮਾਨੀ ਲੋਕਾਂ ਨੇ ਕਬੀਰ ਸਾਹਿਬ ਦੇ ਭਗਤੀ ਦੇ ਰਸਤੇ ਦੇ ਵਿੱਚ ਬੜੀਆਂ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ, ਔਰ ਬਾਦਸ਼ਾਹਾਂ ਤੱਕ ਕਬੀਰ ਸਾਹਿਬ ਦੀਆਂ ਚੁਗਲੀਆਂ ਕੀਤੀਆਂ ਗਈਆਂ। ਕਈ ਤਰ੍ਹਾਂ ਦੇ ਤਸ਼ੱਦਦ ਟੌਰਚਰ ਕਬੀਰ ਸਾਹਿਬ ਨੂੰ ਆਪਣੇ ਪਿੰਡੇ 'ਤੇ ਵੀ ਸਹਿਣੇ ਪਏ, ਪਰ ਕਬੀਰ ਸਾਹਿਬ ਨੇ ਭਗਤੀ ਦਾ ਮਾਰਗ ਨਹੀਂ ਛੱਡਿਆ। ਜਿਹੜੀ ਗੱਲ ਗੁਰੂ ਅਮਰਦਾਸ ਸਾਹਿਬ ਕਰਦੇ ਨੇ ਕਿ ਭਗਤੀ ਤੇ ਭਗਤ ਦਾ ਰਾਹ ਕੋਈ ਸੌਖਾ ਨਹੀਂ ਹੈ। ਇੱਕ ਤੇ ਵੈਸੇ ਹੀ ਆਖਣ ਔਖਾ, ਸਾਚਾ ਨਾਮ ਮਾਲਕ ਦਾ ਨਾਮ ਧਿਆਉਣਾ ਔਖਾ।
ਤੇ ਦੂਜੇ ਨੰਬਰ ਤੇ ਉਹ ਸਮਾਂ ਐਸਾ ਸੀ ਜਦੋਂ ਜਾਤ ਪਾਤ ਤੇ ਵਰਨ ਵੰਡ ਦਾ ਬੜਾ ਪ੍ਰਭਾਵ ਸੀ ਤੇ ਇਹ ਵਿਚਾਰਾਂ ਮਿੱਥੀਆਂ ਗਈਆਂ ਸਨ ਕਿ ਰਾਮ ਭਗਵਾਨ ਨੂੰ ਜਪਣ ਦਾ ਅਧਿਕਾਰ ਕੇਵਲ ਤੇ ਕੇਵਲ ਬ੍ਰਾਹਮਣ ਦੇ ਕੋਲ ਹੈ। ਨੀਵੀਂ ਜਾਤ ਵਾਲਾ ਕੋਈ ਰੱਬ ਦਾ ਨਾਂ ਨਹੀਂ ਜਪ ਸਕਦਾ। ਆਪਾਂ ਕਿੰਨੀ ਵਾਰ ਗੱਲ ਵੀ ਕੀਤੀ ਆ ਕਿ ਜਿਹੜੇ ਨੀਵੀਂ ਜਾਤ ਵਾਲੇ ਜਪਦੇ ਸਨ ਉਹਨਾਂ ਨੂੰ ਕਿੱਦਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ, ਗਲ ਕੱਟ ਦੇਵੋ ਜਾਂ ਕੰਨ 'ਚ ਸਿੱਕਾ ਢਾਲ ਕੇ ਪਾ ਦੇਵੋ। ਮਨੂ ਸਿਮਰਤੀ 'ਚ ਬਹੁਤ ਕੁਝ ਇੱਦਾਂ ਦਾ ਲਿਖਿਆ ਹੋਇਆ ਹੈ। ਸੋ ਕਬੀਰ ਸਾਹਿਬ ਨੇ ਵੀ ਉਹ ਬਿਖਮ ਰਸਤੇ ਨੂੰ ਆਪਣੇ ਤਨ 'ਤੇ ਹੰਢਾਇਆ ਹੈ। ਜਿਹੜੀ ਗੱਲ ਗੁਰੂ ਅਮਰਦਾਸ ਸਾਹਿਬ ਕਰਦੇ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ, ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਹੁਣ ਵੇਖੋ ਐਸਾ ਨਹੀਂ ਹੈ, ਪਾਠ ਪੂਜਾ ਤੇ ਅੱਜ ਆਪਾਂ ਵੀ ਕਰਦੇ ਹਾਂ, ਰਾਮ ਰਾਮ ਵਾਹਿਗੁਰੂ ਵਾਹਿਗੁਰੂ ਤੇ ਅਸੀਂ ਵੀ ਕਰਦੇ ਹਾਂ, ਪਰ ਸਾਡੇ ਇਹਨਾਂ ਤਮਾਮ ਤਰ੍ਹਾਂ ਦੇ ਕਰਮਾਂ ਦੇ ਵਿੱਚ ਲੋਭ ਹੁੰਦਾ ਹੈ। ਉਹ ਭਾਵੇਂ ਸਾਡਾ ਲਾਲਚ ਛੋਟਾ ਹੋਵੇ ਵੱਡਾ ਹੋਵੇ, ਦਿਸਦਾ ਹੋਵੇ ਅਣਦਿਸਦਾ ਹੋਵੇ, ਸਾਡੀ ਪਾਠ ਪੂਜਾ ਦੇ ਪਿੱਛੇ ਵੀ ਸਾਡੀ ਭਾਵਨਾ ਹੁੰਦੀ ਹੈ ਸਾਨੂੰ ਸੁੱਖ ਮਿਲੇ, ਤੰਦਰੁਸਤੀ ਮਿਲੇ, ਸਾਡੇ ਕਾਰੋਬਾਰ ਚੱਲਣ, ਸਾਡੇ ਬੱਚੇ ਸਫਲ ਹੋਣ। ਇੱਦਾਂ ਦੇ ਛੋਟੇ ਵੱਡੇ ਬੜੇ ਲਾਲਚ ਹੁੰਦੇ ਨੇ ਸਾਡੇ ਧਰਮ ਕਰਮਾਂ ਦੇ ਵਿੱਚ। ਪਰ ਕਬੀਰ ਸਾਹਿਬ ਜਿਹੜੇ ਮਾਰਗ 'ਤੇ ਚੱਲੇ ਨੇ, ਲੱਭ ਲੋਭ ਲਾਲਚ ਤੋਂ ਉੱਪਰ ਉੱਠ ਕੇ ਉਹਨਾਂ ਨੇ ਭਗਤੀ ਦੇ ਮਾਰਗ ਦੀ ਕਮਾਈ ਕੀਤੀ ਹੈ। ਮਹਾਰਾਜ ਕਹਿੰਦੇ ਭਗਤ ਹੈ ਹੀ ਉਹ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਹੁਣ ਬਹੁਤ ਨਾਹੀ ਬੋਲਣਾ ਦਾ ਭਾਵ ਵੀ ਬੜਾ ਸਮਝਣ ਵਾਲਾ ਹੈ ਕਿ ਜਿਹੜੇ ਭਗਤ ਨੇ ਉਹ ਐਵੇਂ ਦੁਨੀਆਦਾਰੀ ਦੀਆਂ ਸੰਸਾਰ ਦੀਆਂ ਗੱਲਾਂ 'ਚ ਹੀ ਲੱਗੇ ਨਹੀਂ ਰਹਿੰਦੇ ਹਨ। ਉਹਨਾਂ ਨੂੰ ਪਤਾ ਹੈ ਕੀ ਬੋਲਣਾ ਹੈ ਕੀ ਨਹੀਂ ਬੋਲਣਾ ਹੈ, ਕਿਉਂਕਿ ਸੰਸਾਰ 'ਚ ਮਨੁੱਖ ਰਹਿੰਦਾ ਹੈ, ਬੋਲਣਾ ਤੇ ਪੈਂਦਾ ਹੀ ਹੈ। ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਛ ਸੁਣੀਐ ਕਿਛ ਕਹੀਐ। ਬੋਲਣਾ ਤੇ ਹਰ ਇੱਕ ਨੇ ਹੈ, ਪਰ ਕਿੱਥੇ ਬੋਲਣਾ ਹੈ ਕਿੱਥੇ ਨਹੀਂ ਬੋਲਣਾ ਹੈ ਇਹਦਾ ਵੀ ਪਤਾ ਹੋਣਾ ਚਾਹੀਦਾ ਹੈ। ਜਿਵੇਂ ਕਬੀਰ ਸਾਹਿਬ ਨੇ ਕਿਹਾ ਹੈ, ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਜੇ ਤਾਂ ਮਿਲੇ ਕੋਈ ਗੁਰਮੁਖ, ਰੱਬ ਦੀਆਂ ਵਾਹਿਗੁਰੂ ਦੀਆਂ ਵਡਿਆਈਆਂ ਦੀਆਂ ਗੱਲਾਂ ਕਰਨੀਆਂ ਹੋਣ ਤੇ ਕਹਿੰਦੇ ਭਾਵੇਂ ਘੰਟਿਆਂ ਬੱਧੀ ਲੱਗੇ ਰਹਿਣਾ ਪਵੇ, ਕਰੋ ਮਾਲਕ ਦੀਆਂ ਵਡਿਆਈਆਂ ਦੀ ਵਿਚਾਰ। ਤੇ ਜੇ ਕੋਈ ਅਸੰਤ, ਕੋਈ ਪਾਪੀ, ਕੋਈ ਮਾਇਆ ਧਾਰੀ, ਕੋਈ ਦੁਨੀਆਦਾਰੀ ਵਾਲੀ ਬਿਰਤੀ ਵਾਲਾ ਮਿਲਦਾ ਤੇ ਗੱਲਾਂ ਮਾਇਆ ਦੀਆਂ ਚੱਲਣੀਆਂ ਨੇ, ਕਿਸੇ ਦੀ ਨਿੰਦਿਆ ਚੁਗਲੀ ਦੀਆਂ ਚੱਲਣੀਆਂ ਨੇ, ਕੋਈ ਮਾੜੀਆਂ ਗੱਲਾਂ ਚੱਲਣੀਆਂ ਨੇ, ਉੱਥੇ ਤੇ ਉਹ ਕਹਿੰਦੇ ਫਿਰ ਮਿਲਿਆ ਅਸੰਤ ਮਸ਼ਟ ਹੋਏ ਰਹੀਏ, ਫਿਰ ਤਾਂ ਚੁੱਪ ਹੀ ਰਵੋ। ਜਿੱਥੇ ਬੋਲਣ ਹਾਰੀ ਆ ਤਿੱਥੇ ਚੰਗੀ ਚੁੱਪ। ਤੇ ਵੈਸੇ ਵੀ ਗੁਰੂ ਨੇ ਬਾਣੀ 'ਚ ਇੱਕ ਗੱਲ ਹੋਰ ਸਾਨੂੰ ਸਮਝਾਈ ਆ ਕਿ ਐਵੇਂ ਕਿਸੇ ਨਾਲ ਬਿਨਾਂ ਗੱਲ ਤੋਂ ਖਹਿਣ ਦੀ ਬਜਾਏ, ਬਹਿਸਬਾਜ਼ੀ ਕਰਨ ਦੀ ਬਜਾਏ, ਇੱਕ ਚੁੱਪ ਤੇ 100 ਸੁੱਖ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਜਾਂ ਮਹਾਰਾਜ ਆਸਾ ਦੀ ਵਾਰ 'ਚ ਕਹਿੰਦੇ ਮੂਰਖੈ ਨਾਲ ਨਾ ਲੁੱਝੀਐ। ਸੋ ਇਹ ਭਗਤਾਂ ਦੀ ਫਿਤਰਤ ਰਹੀ ਹੈ। ਉਹ ਜੇ ਉਹਨਾਂ ਨੂੰ ਕੋਈ ਨਿੰਦਦਾ ਹੈ, ਬਹੁਤ ਕੁਝ ਮਾੜਾ ਬੋਲਿਆ ਗਿਆ ਕਬੀਰ ਸਾਹਿਬ ਦੇ ਬਾਰੇ, ਪਰ ਕਬੀਰ ਸਾਹਿਬ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ। ਹਾਂ, ਜਿਹੜੀ ਗੱਲ ਉਹਨਾਂ ਨੇ ਕੀਤੀ ਦਲੀਲ ਦੇ ਆਧਾਰ ਤੇ ਕੀਤੀ। ਜੇ ਕੋਈ ਤਰਕ ਵੀ ਕੀਤਾ ਤੇ ਨਾਲ ਉਹਨਾਂ ਨੇ ਦਲੀਲ ਦੇ ਕੇ ਸੱਚਾਈ ਨੂੰ ਸਾਹਮਣੇ ਰੱਖ ਕੇ ਗੱਲ ਕੀਤੀ ਹੈ। ਕਿਸੇ ਨਾਲ ਨਿੱਜੀ ਤੌਰ ਤੇ, ਪਰਸਨਲੀ ਤੌਰ ਤੇ ਕਬੀਰ ਸਾਹਿਬ ਨੇ ਬਹਿਸਬਾਜ਼ੀ, ਲੜਾਈ ਝਗੜਾ ਨਹੀਂ ਕੀਤਾ। ਕਿਸੇ ਦਾ ਨਾਂ ਲੈ ਕੇ ਨਹੀਂ ਕਿਹਾ ਗਿਆ ਕਿ ਉਹ ਮਾੜਾ ਹੈ। ਉਹਨਾਂ ਨੇ ਗੱਲ ਸੱਚਾਈ ਦੀ ਕੀਤੀ ਹੈ। ਸੱਚਾਈ ਦੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਭਗਤਾਂ ਦਾ ਮਾਰਗ ਹੈ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਉਹ ਖੰਡੇ ਦੀ ਧਾਰ ਤੋਂ, ਤਿੱਖੇ ਤੇ ਵਾਲ ਤੋਂ ਬਰੀਕ ਮਾਰਗ ਤੇ ਚੱਲਦੇ ਨੇ। ਤੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ, ਕਿਉਂਕਿ ਭਗਤ ਬੜੀ ਉੱਚੀ ਬਿਰਤੀ ਦੀ ਗੱਲ ਹੈ। ਵੈਸੇ ਭਗਤ ਲਫ਼ਜ਼ ਦੀ ਵਿਆਖਿਆ ਕਰਦਿਆਂ ਸਿਆਣਿਆਂ ਨੇ ਇਹਨੂੰ 3 ਅੱਖਰਾਂ ਨੂੰ ਨਖੇੜ ਕੇ ਇਹਦੀ ਵਿਆਖਿਆ ਕੀਤੀ ਹੈ। ਭੱਬੇ ਦਾ ਭਾਵ ਹੈ ਭਗਤੀ, ਗੱਗੇ ਦਾ ਭਾਵ ਹੈ ਗਿਆਨ, ਤੇ ਤੱਤੇ ਦਾ ਭਾਵ ਹੈ ਤਿਆਗ। ਜਿਹਦੇ ਜੀਵਨ 'ਚ ਭਗਤੀ ਹੈ, ਜਿਹਨੂੰ ਪਰਮਾਤਮਾ ਦੇ ਘਰ ਦਾ ਅੰਦਰੂਨੀ ਅਧਿਆਤਮਕ ਗਿਆਨ ਹੈ,
ਤੇ ਜਿਹੜਾ ਸੰਸਾਰ ਦੀ ਮੋਹ ਮਮਤਾ ਵਾਲੇ ਪਾਸਿਓਂ ਜਿਹਨੇ ਤਿਆਗ ਵਾਲੀ ਬਿਰਤੀ ਅਪਣਾਈ ਹੈ ਉਹ ਭਗਤ ਹੈ। ਭਗਤੀ ਗਿਆਨ ਤੇ ਤਿਆਗ ਜਿਹਦੇ ਜੀਵਨ ਦੇ ਵਿੱਚ ਹੈ ਉਹ ਹੈ ਭਗਤ। ਗੁਰੂ ਬਾਣੀ 'ਚ ਭਗਤ ਦੀ ਪਰਿਭਾਸ਼ਾ ਦਿੰਦਿਆਂ ਕੁਝ ਬਚਨ ਕਰਦੇ ਨੇ। ਮਹਾਰਾਜ ਕਹਿੰਦੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੋਂਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਸੋ ਕਬੀਰ ਸਾਹਿਬ ਉਹ ਭਗਤ ਨੇ ਜਿਹੜੇ ਮਾਲਕ ਨੂੰ ਭਾਏ ਹਨ, ਜਿਹੜੇ ਮਾਲਕ ਦੇ ਵਿੱਚ ਇੱਕ ਮਿਕ ਹੋਏ ਹਨ, ਜਿਨ੍ਹਾਂ ਨੇ ਭਗਤੀ ਦੀ ਕਮਾਈ ਆਪਣੇ ਜੀਵਨ ਦੇ ਅੰਦਰ ਕਰਕੇ ਹਰ ਤਰ੍ਹਾਂ ਦੇ ਕਸ਼ਟ ਆਪਣੇ ਤਨ 'ਤੇ ਸਹਿੰਦਿਆਂ ਹੋਇਆਂ ਵੀ ਸਾਨੂੰ ਇਹ ਸਮਝਾਇਆ ਕਿ ਜੇ ਅੰਦਰ ਭਗਤੀ ਦੀ ਚਾਹ ਨਾ ਹੋਵੇ, ਜਿੰਨੀਆਂ ਮਰਜ਼ੀ ਰੁਕਾਵਟਾਂ ਪਰੇਸ਼ਾਨੀਆਂ ਹੋਣ, ਬੰਦਾ ਫਿਰ ਵੀ ਭਗਤੀ ਦੇ ਰਸਤੇ 'ਤੇ ਤੁਰਦਾ ਹੈ ਤੇ ਮੰਜ਼ਿਲ 'ਤੇ ਵੀ ਪਹੁੰਚਦਾ ਹੈ। ਸੋ ਅੱਗੇ ਜਿਵੇਂ ਜਿਵੇਂ ਆਪਾਂ ਭਗਤ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਕਰਾਂਗੇ, ਨਾਲ ਦੀ ਨਾਲ ਭਗਤ ਸਾਹਿਬ ਜੀ ਦੇ ਜੀਵਨ ਦੇ ਦਰਸ਼ਨ ਵੀ ਕਰਦੇ ਜਾਵਾਂਗੇ। ਇਹ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਇਹ ਜੋ ਲੜੀ ਹੈ, ਇਸ ਲੜੀ 'ਚ ਕੁੱਲ ਸਲੋਕ ਹਨ 243। ਹਾਲਾਂਕਿ ਵਿੱਚ ਇਹਦੇ 'ਚ ਕੁਝ ਸਲੋਕ ਗੁਰੂ ਸਾਹਿਬਾਨਾਂ ਦੇ ਵੀ ਉਚਾਰਨ ਕੀਤੇ ਹੋਏ ਹਨ, ਜਿੱਥੇ ਭਗਤ ਜੀ ਦੇ ਸਲੋਕ ਨੂੰ ਹੋਰ ਵਿਆਖਿਆ ਦਿੰਦਿਆਂ ਹੋਇਆਂ ਜਾਂ ਜਿਹੜੀਆਂ ਕੁਝ ਗੁੱਝੀਆਂ ਰਮਜ ਭਰੀਆਂ ਗੱਲਾਂ ਕਬੀਰ ਸਾਹਿਬ ਨੇ ਕੀਤੀਆਂ, ਉਹਨਾਂ ਰਮਜਾਂ ਨੂੰ ਖੋਲ੍ਹਦਿਆਂ ਹੋਇਆਂ ਤੇ ਮਹਾਰਾਜ ਨੇ ਨਾਲ ਦੀ ਨਾਲ ਸਲੋਕ ਉਚਾਰਨ ਕੀਤੇ ਹਨ। ਇਸ ਲੜੀ 'ਚ ਇੱਥੇ 243 ਸਲੋਕ ਹਨ। 22 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ 'ਚ ਹਨ। 4 ਸਲੋਕ ਉਹਨਾਂ ਵਾਰਾਂ 'ਚ ਵੀ ਕਬੀਰ ਸਾਹਿਬ ਦੇ ਅੰਕਿਤ ਹਨ ਤੇ 2 ਸਲੋਕ ਉਹਨਾਂ ਦੇ ਮਾਰੂ ਰਾਗ ਦੇ ਵਿੱਚ ਵੀ ਮੌਜੂਦ ਹਨ। ਖੈਰ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 1364 ਅੰਗ ਤੋਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਸਲੋਕਾਂ ਦੀ ਜੋ ਆਰੰਭਤਾ ਹੈ ਉਹ ਹੁੰਦੀ ਹੈ। ਔਰ ਕਿਉਂਕਿ ਅਕਸਰ ਆਪ ਸ਼੍ਰੀ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਦੇ ਸਮੇਂ ਭਗਤ ਜੀ ਦੇ ਸਲੋਕ ਬੜੇ ਪਿਆਰ ਦੇ ਨਾਲ ਪੜ੍ਹਦੇ ਹੋ, ਸੁਣਦੇ ਹੋ, ਤੇ ਬਹੁਤ ਸਾਰੇ ਸਲੋਕ ਆਪ ਜੀ ਨੂੰ ਯਾਦ ਵੀ ਹਨ, ਕੰਠ ਵੀ ਹਨ। ਬਾਣੀ ਦੀ ਵਿਚਾਰ ਕਰਦਿਆਂ ਆਪਾਂ ਸਮਝਾਂਗੇ ਕਿ ਭਗਤ ਜੀ ਨੇ ਇਹਨਾਂ ਸਲੋਕਾਂ ਦੇ ਰਾਹੀਂ ਕੀ ਗਿਆਨ ਉਪਦੇਸ਼ ਸਾਨੂੰ ਬਖਸ਼ਿਆ ਹੈ। ਬਹੁਤ ਪਿਆਰੇ ਅੰਦਰ ਨੂੰ ਟੁੰਬਣ ਵਾਲੇ ਭਗਤ ਜੀ ਦੇ ਇਹ ਸਮੁੱਚੇ ਬਚਨ ਹਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਬੀਰ ਸਾਹਿਬ ਦੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ 'ਚ ਅੰਕਿਤ ਕਰਵਾਈ, ਭਾਈ ਗੁਰਦਾਸ ਜੀ ਤੋਂ ਲਿਖਵਾਈ, ਤੇ ਬਾਣੀ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਸਮੇਂ ਇਕੱਤਰ ਕੀਤੀ ਸੀ। ਸਲੋਕ ਭਗਤ ਕਬੀਰ ਜੀਓ ਕੇ, ਇਹ ਸਰਲੇਖ ਹੈ, ਭਾਵ ਕਿ ਇਹ ਜਿਹੜੇ ਅੱਗੇ ਸਲੋਕ ਆਰੰਭ ਹੋ ਰਹੇ ਨੇ ਇਹ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਛੋਟੇ ਰੂਪ ਦੇ ਵਿੱਚ ਮੰਗਲ ਅੰਕਿਤ ਹੈ। ਆਰੰਭ ਦੇ ਵਿੱਚ ਪਰਮਾਤਮਾ ਇੱਕ ਹੈ। ਓੰਕਾਰ ਭਾਵ ਉਹ ਸਰਬ ਵਿਆਪਕ ਹੈ, ਸਭ ਥਾਵਾਂ 'ਤੇ ਵਸਿਆ ਹੈ। ਉਹਦਾ ਨਾਮ ਸਤ ਹੈ। ਉਹ ਸਤ ਹੈ, ਹਮੇਸ਼ਾ ਰਹਿਣ ਵਾਲਾ ਹੈ। ਆਦਿ ਸੱਚ ਜੁਗਾਦ ਸੱਚ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ, ਰਹਿਮਤ ਸਦਕਾ, ਉਸ ਇੱਕ ਸਤ ਤੇ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੀ ਪਰਮਾਤਮਾ ਦੀ ਅਭੇਦਤਾ ਤੇ ਇੱਕ ਮਿਕਤਾ ਹਾਸਲ ਹੁੰਦੀ ਹੈ। ਇਹ ਸ਼ਬਦ ਬਹੁਤ ਵਾਰ ਬਾਣੀ 'ਚ ਆਉਂਦਾ ਹੈ। ਪ੍ਰਸਾਦ ਪੜ੍ਹਨਾ ਹੈ, ਪ੍ਰਸ਼ਾਦ ਨਹੀਂ। ਇਹ ਫਰਕ ਜ਼ਰੂਰ ਚੇਤੇ ਰੱਖਣਾ ਹੈ। ਪ੍ਰਸ਼ਾਦ, ਕੜਾ ਪ੍ਰਸ਼ਾਦ ਉਹ ਵੱਖਰਾ ਹੈ, ਉਹ ਸੱਸੇ ਪੈਰ 'ਚ ਬਿੰਦੀ ਲਗਾ ਕੇ ਪੜ੍ਹਿਆ ਜਾਂਦਾ ਹੈ। ਪਰ ਇਹ ਪ੍ਰਸਾਦ, ਇਹਦਾ ਮਤਲਬ ਹੈ ਕਿਰਪਾ ਦੁਆਰਾ ਜਾਂ ਕਿਰਪਾ, ਤੇ ਇਹ ਪ੍ਰਸਾਦ ਪੜ੍ਹਨਾ ਹੈ। ਅੱਗੇ ਕਬੀਰ ਸਾਹਿਬ ਪਹਿਲੇ ਸਲੋਕ 'ਚ ਫਰਮਾਨ ਕਰਦੇ ਹਨ, ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ। ਸਿਮਰਣੀ ਦਾ ਭਾਵ ਹੈ ਮਾਲਾ। ਔਰ ਪੁਰਾਣੇ ਸਮਿਆਂ ਤੋਂ ਹੀ ਪਰਮਾਤਮਾ ਨੂੰ ਮਾਲਕ ਦੇ ਸਿਮਰਨ ਕਰਨ ਦੇ ਲਈ, ਜਪਣ ਦੇ ਲਈ ਮਾਲਾ ਪਕੜਨ ਦੀ ਇੱਕ ਵਿਚਾਰ ਬੜੀ ਪ੍ਰਚਲਿਤ ਹੈ। ਖਾਸ ਤੌਰ 'ਤੇ ਸਨਾਤਨ ਮਤ ਅੰਦਰ, ਹਿੰਦੂ ਮਤ ਅੰਦਰ ਜਾਂ ਇਸਲਾਮ ਮਤ ਅੰਦਰ ਵੀ ਇਹ ਮੌਜੂਦ ਹੈ।
ਗੁਰਮਤਿ ਨੇ ਮਾਲਾ ਨੂੰ ਹੱਥ ਦੇ ਵਿੱਚ ਪਕੜ ਕੇ ਸਿਮਰਨ ਵਾਲੀ ਕੋਈ ਸਿੱਖਿਆ ਸਤਿਗੁਰੂ ਨੇ ਬਾਣੀ 'ਚ ਨਹੀਂ ਦਿੱਤੀ ਹੈ, ਕਿਉਂਕਿ ਗੁਰਮਤਿ ਦਾ ਸਿਧਾਂਤ ਇਹ ਹੈ ਕਿ ਹਰ ਵਕਤ ਹੀ ਸਾਡੀ ਚਿੰਤਨ ਦੇ ਵਿੱਚ, ਹਿਰਦੇ 'ਚ, ਜ਼ੁਬਾਨ 'ਤੇ, ਕੰਠ 'ਤੇ ਪਰਮਾਤਮਾ ਦਾ ਸਿਮਰਨ ਲਗਾਤਾਰ ਚੱਲਦੇ ਰਹਿਣਾ ਚਾਹੀਦਾ ਹੈ। ਹਰ ਵਕਤ ਸਾਸ ਗਰਾਸ ਸਿਮਰਨ ਦੀ ਸਿੱਖਿਆ ਬਾਣੀ ਨੇ ਦਿੱਤੀ ਹੈ, ਹਰ ਪਲ ਸਿਮਰਨ ਦੀ ਸਿੱਖਿਆ ਦਿੱਤੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੇ ਉਹ ਦਾਤਾਂ ਬਖਸ਼ਦਿਆਂ ਕੋਈ ਗਿਣਤੀ ਮਿਣਤੀ ਹਿਸਾਬ ਨਹੀਂ ਰੱਖਦਾ, ਸਾਨੂੰ ਉਹਦਾ ਨਾਮ ਜਪਦਿਆਂ ਵੀ ਕੋਈ ਹਿਸਾਬ ਰੱਖਣ ਦੀ ਲੋੜ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਸਾਡੀ ਰਸਨਾ ਹੀ ਪਰਮਾਤਮਾ ਦੀ ਸਿਮਰਨੀ ਹੈ, ਭਾਵ ਮਾਲਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਕਹਿੰਦੇ ਹਰ ਵਕਤ ਪਰਮਾਤਮਾ ਦਾ ਨਾਮ ਇਸ ਰਸਨਾ 'ਤੇ ਰਹਿਣਾ, ਇਹੀ ਸਾਡੀ ਸਿਮਰਨੀ ਹੈ, ਇਹੀ ਸਾਡੀ ਮਾਲਾ ਹੈ। ਇਹਦੇ ਤੋਂ ਬਿਨਾਂ ਹੋਰ ਅਸੀਂ ਕੋਈ ਮਾਲਾ ਨਹੀਂ ਪਕੜਦੇ, ਬਲਕਿ ਜਿਹੜੇ ਮਾਲਾ ਫੜ ਕੇ ਜਾਂ ਮੱਥੇ 'ਤੇ ਟਿੱਕੇ ਲਾ ਕੇ ਤੇ ਬਾਹਰ ਦਾ ਵਿਖਾਵਾ ਕਰਦੇ ਨੇ, ਉਹਨਾਂ ਨੂੰ ਤੇ ਕਬੀਰ ਸਾਹਿਬ ਨੇ ਬਾਣੀ 'ਚ ਪਖੰਡੀ ਤੱਕ ਵੀ ਕਿਹਾ, ਤੇ ਇਹ ਵੀ ਕਿਹਾ ਕਿ ਰੱਬ ਕੋਈ ਬੱਚਾ ਨਹੀਂ ਆ ਕਿ ਜਿਹਨੂੰ ਪਰਚਾਉਣ ਦੇ ਲਈ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਉਹ ਕਹਿੰਦੇ ਉਹ ਪਰਮਾਤਮਾ ਨੂੰ ਵੀ ਲੋਕ ਖਿਡਾਉਣਾ ਹੀ ਸਮਝਦੇ ਹਨ। ਸੋ ਕਹਿਣ ਦਾ ਭਾਵ ਕਿ ਬਾਣੀ ਨੇ, ਇੱਕ ਵਿਦਵਾਨ ਦੇ ਬੜੇ ਪਿਆਰੇ ਬਚਨ ਹਨ, ਉਹ ਕਹਿੰਦਾ ਮਾਲਾ ਮਨ ਸਿਉ ਕਹਿਤ ਹੈ, ਸੁਣੋ ਦੇਵ ਜਗ ਭੂਪ, ਮੁਝ ਫੇਰੇ ਤੇ ਕਿਆ ਹੋਏ, ਜੋ ਨਾ ਲਖੈ ਨਿਜ ਰੂਪ। ਜੇ ਤੂੰ ਆਪਣੇ ਆਪ ਨੂੰ ਪਛਾਣਦਾ ਨਹੀਂ ਪਿਆ ਹੈ ਤੇ ਤੂੰ ਮਾਲਾ ਹੱਥ 'ਚ ਫੜ ਕੇ ਫੇਰਦਾ ਰਹਿ, ਕੀ ਫਾਇਦਾ ਹੋਏਗਾ। ਮਾਲਾ ਮਨ ਸਿਉ ਕਹਿਤ ਹੈ, ਸੁਣੋ ਦੇਵ ਜਗ ਭੂਪ, ਮੁਝ ਫੇਰੇ ਤੇ ਕਿਆ ਹੋਏ, ਜੋ ਨਾ ਲਖੈ ਨਿਜ ਰੂਪ। ਲਖੈ ਨਾ ਨਿਜ ਰੂਪ ਕੋ ਕਰਨੀ ਹੈ ਸਭ ਝੂਠੀ, ਕੇਵਲ ਹੈ ਬਕਵਾਸ ਖੋਲ ਪੜ੍ਹੇ ਜੋ ਪੋਥੀ। ਉਹ ਕਹਿੰਦਾ ਬਾਹਰ ਪੋਥੀ ਵੀ ਪੜ੍ਹ ਲਵੋ, ਮਾਲਾ ਵੀ ਪੜ੍ਹ ਲਵੋ, ਸਾਰੇ ਤਰ੍ਹਾਂ ਦੇ ਕਰਮ ਕਾਂਡ ਵੀ ਕਰ ਲਵੋ, ਜੇ ਆਪਣੇ ਆਪ ਨੂੰ ਸਮਝਿਆ ਸਮਝਾਇਆ ਨਹੀਂ ਹੈ, ਕੇਵਲ ਬਾਹਰ ਮਾਲਾ ਪੜ੍ਹ ਕੇ, ਪੋਥੀਆਂ ਪੜ੍ਹ ਕੇ ਸੰਸਾਰ ਨੂੰ ਵਿਖਾਵਾ ਕਰਦੇ ਪਏ ਆ, ਉਹਦਾ ਲਾਭ ਕੀ ਹੋਇਆ। ਕਬੀਰ ਸਾਹਿਬ ਕਹਿੰਦੇ ਕੋਈ ਮਾਲਾ ਦੀ ਲੋੜ ਨਹੀਂ ਹੈ ਹੱਥ 'ਚ ਫੜਨ ਦੀ। ਰੱਬ ਨੂੰ ਜਪਣ ਦੇ ਲਈ ਤੁਸੀਂ ਹਰ ਵਕਤ ਰਸਨਾ ਤੋਂ ਮਾਲਕ ਨੂੰ ਜਪਿਆ ਕਰੋ, ਇਹੀ ਮਾਲਾ ਹੈ। ਹਰ ਵਕਤ ਮਾਲਕ ਨੂੰ ਜਪੋ। ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸ਼ਰਾਮ। ਕਬੀਰ ਜੀ ਕਹਿੰਦੇ ਆਦ ਤੋਂ, ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਉਦੋਂ ਤੋਂ ਹੀ ਭਗਤ ਪਰਮਾਤਮਾ ਨੂੰ ਜਪਦੇ ਆਏ ਨੇ, ਸਿਮਰਦੇ ਆਏ ਹਨ। ਤੇ ਭਾਵੇਂ ਕੋਈ ਵੀ ਭਗਤ ਹੈ, ਕਿਸੇ ਨੇ ਮਾਲਾ ਹੱਥ ਦੇ ਵਿੱਚ ਫੜ ਕੇ ਰੱਬ ਦਾ ਕੋਈ ਨਾਮ ਗਿਣਤੀਆਂ ਮਿਣਤੀਆਂ ਦੇ ਆਧਾਰ 'ਤੇ ਨਹੀਂ ਜਪਿਆ, ਬਲਕਿ ਉਹਨਾਂ ਨੇ ਲਗਾਤਾਰ ਦਿਨ ਰਾਤੀ ਆਰਾਧੀ ਪਿਆਰੇ ਨਿਮਖ ਨਾ ਕੀਜੈ ਢੀਲਾ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਸ ਵਿਚਾਰ ਨੂੰ ਜੀਵਨ ਦਾ ਆਧਾਰ ਬਣਾਇਆ ਤੇ ਇਸੇ ਸਦਕਾ ਉਹਨਾਂ ਨੂੰ ਜੀਵਨ 'ਚ ਸੁੱਖ ਵੀ ਮਿਲਿਆ ਤੇ ਵਿਸ਼ਰਾਮ ਟਿਕਾ ਸ਼ਾਂਤੀ ਵੀ ਮਿਲੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਮਹਾਰਾਜ ਕਹਿੰਦੇ ਨਾਮ ਭਗਤਾਂ ਦੇ ਹਿਰਦੇ 'ਚ ਵਸਦਾ ਹੈ, ਉਹ ਕੋਈ ਹੱਥ 'ਚ ਮਾਲਾ ਫੜ ਕੇ ਵਿਖਾਵਾ ਨਹੀਂ ਕਰਦੇ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਤੇ ਜਦੋਂ ਮਨ 'ਚ, ਜਿਹੜੇ ਮਨ 'ਚ ਵਾਹਿਗੁਰੂ ਦੇ ਨਾਮ ਦਾ ਵਾਸਾ ਹੋ ਗਿਆ, ਉਹ ਮਨ ਭਟਕਦਾ ਨਹੀਂ ਹੈ। ਉਹ ਮਨ ਅੰਦਰ ਦੁੱਖ ਕਿੱਥੋਂ ਆਉਣਗੇ। ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ, ਦੂਤੈ ਦਹਿਨ ਵਹਿਆ, ਗੋਬਿੰਦ ਪ੍ਰਗਟਾਇਆ। ਦੁੱਖ ਤਦੇ ਜਾਂ ਵਿਸਰ ਜਾਈ। ਦੁੱਖ ਉੱਥੇ ਨੇ ਜਿੱਥੇ ਰੱਬ ਦੀ ਯਾਦ ਨਹੀਂ ਹੈ, ਤੇ ਜਿੱਥੇ ਰੱਬ ਦੀ ਯਾਦ ਹੈ, ਪਰਮਾਤਮਾ ਦੀ ਯਾਦ ਹੈ, ਉੱਥੇ ਸੁੱਖ ਹੈ, ਉੱਥੇ ਮਨ ਦਾ ਵੀ ਟਿਕਾ ਹੈ, ਉੱਥੇ ਤਨ ਦਾ ਵੀ ਟਿਕਾ ਹੈ। ਤੇ ਕਬੀਰ ਸਾਹਿਬ ਕਹਿੰਦੇ ਕੇਵਲ ਅੱਜ ਦੀ ਗੱਲ ਜਾਂ ਕਬੀਰ ਸਾਹਿਬ ਦੀ ਗੱਲ ਨਹੀਂ, ਜਾਂ ਹੁਣ ਦੇ ਵਕਤੀ ਭਗਤਾਂ ਦੀ ਗੱਲ ਨਹੀਂ। ਉਹ ਕਹਿੰਦੇ ਆਦ ਤੋਂ, ਯੁੱਗਾਂ ਦੇ ਮੁੱਢ ਤੋਂ ਭਗਤਾਂ ਦਾ ਸਹਾਰਾ, ਭਗਤਾਂ ਦਾ ਸਿਮਰਨ ਰਿਹਾ ਹੈ ਪਰਮਾਤਮਾ ਦਾ ਨਾਮ, ਤੇ ਉਸੇ ਦੀ ਬਰਕਤ ਸਦਕਾ ਭਗਤਾਂ ਦੇ ਜੀਵਨ 'ਚ ਸੁੱਖ ਹੈ, ਵਿਸ਼ਰਾਮ ਹੈ, ਆਨੰਦ ਹੈ, ਟਿਕਾ ਹੈ। ਤੇ ਜੇ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਉਹ ਸੁੱਖ,
ਆਨੰਦ ਵਿਸ਼ਰਾਮ ਮਨ ਤੇ ਤਨ ਦਾ ਟਿਕਾ ਹਾਸਲ ਕਰਨਾ ਹੈ। ਤੇ ਇਹ ਪਹਿਲੇ ਸਲੋਕ ਰਾਹੀਂ ਜਿਹੜੀ ਜੁਗਤ ਕਬੀਰ ਸਾਹਿਬ ਨੇ ਸਾਨੂੰ ਸਮਝਾਈ ਕਿ ਰਸਨਾ ਤੇ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਟਿਕਾ ਲਵੋ, ਵਸਾ ਲਵੋ। ਰਸਨਾ ਨੂੰ ਮਾਲਕ ਦਾ ਨਾਮ ਜਪਣ ਵਾਲੀ ਮਾਲਾ ਬਣਾ ਲਵੋ। ਜੀਵਨ ਸੁਖੀਆ ਸੁਹੇਲਾ ਟਿਕਾ ਵਾਲਾ ਬਣੇਗਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕਬੀਰ ਸਾਹਿਬ ਦੇ ਪਾਵਨ ਸਲੋਕਾਂ ਦੀ ਵਿਚਾਰ ਦੀ ਲੜੀ ਆਪਾਂ ਆਰੰਭ ਕੀਤੀ ਹੈ। ਰੋਜ਼ਾਨਾ ਇਸੇ ਤਰ੍ਹਾਂ ਕਬੀਰ ਸਾਹਿਬ ਦੀ ਪਾਵਨ ਬਾਣੀ ਦੇ ਆਪਾਂ ਦਰਸ਼ਨ ਦੀਦਾਰ ਕਰਨੇ ਹਨ। ਜੋ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਉਹ ਆਪਣੀਆਂ ਝੋਲੀਆਂ 'ਚ ਪਵਾਉਣਾ ਹੈ। ਸੋ ਉਦਮ ਸਹਿਤ ਆਪ ਜੀ ਨੇ ਨਿਤਾ ਪ੍ਰਤੀ ਸਮੇਂ ਸਿਰ ਆਪ ਵੀ ਹਾਜ਼ਰੀਆਂ ਭਰਨੀਆਂ, ਹੋਰ ਵੀ ਸੰਗਤਾਂ ਨੂੰ ਜੋੜਨਾ, ਤਾਂ ਕਿ ਵੱਧ ਤੋਂ ਵੱਧ ਹਿਰਦਿਆਂ ਤੱਕ ਗੁਰਬਾਣੀ ਵਿਚਾਰ ਪਹੁੰਚ ਸਕੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ